हेलो स्टूडेंट्स, वेलकम टू मैथ्स मास्टर। हाँ जी, अज आप एक होर इंपॉर्टेंट टॉपिक लैके आए हैं पीएस टेट ਲਈ। सो ये पेपर 1 पेपर 2 दोनों के लिए है। पैडागोजी ਨੂੰ ਹੋਰ भी बेहतर होएगी इस नाल। सो अज का जो टॉपिक है अपना NCF 2005 जाने कि नैशनल करिकुलम फ्रेमवर्क 2005 ਜਿਹੜਾ की है राष्ट्रीय पाठक्रम फ्रेमवर्क 2005। ओके, सो NCFC ਜਿਹੜਾ ਉਹਨੂੰ NCERT द्वारा बनाया गया। एक इंपॉर्टेंट रोल है इसका भी पैडागोजी हर साल इस क्वेश्चन आते ही आते हैं। सो इन्हें चंगी तरह एंड तक वीडियो में जरूर देखना है ता जो तुहाडा इस रिलेटेड कॉन्सैप्ट है जोड़ा वो चंगी तरह क्लीयर हो जाए। स्टार्ट करते हैं अज की वीडियो। हाँ जी, अज की वीडियो च आपां की डिस्कस करांगे, देखते हैं NCF 2005 की है। ओके, इस बारे पूरा जानांगे। कॉमन डिस्कंफर्ट्स जाने के बच्चों को की प्रॉब्लम्स फेस करनियां बच्चों ने ते क्यों इसनूं बनाया गया। ओके, गाइडिंग प्रिंसीपल्स की सी जाने के इसके सिद्धांत की सी, लर्निंग एंड नॉलेज सब्जैक्ट्स, स्कूल एंड क्लास इन्वायरमेंट, ये सारा अज आपां इस विच डिस्कस करांगे। हाँ जी, स्टार्ट करते हैं टॉपिक। ओके, सो इनू स्टार्ट करने तो पहला NCF 2005 में स्टार्ट करने तो पहला एक परसपैक्टिव नूं इत्थे एक्सैप्ट करना पऊगा आपां नूं कि तुसीं एज ए टीचर ਤੁਹਾਡਾ ਕੀ ਰੋਲ ਹੈ ਇੱਥੇ। ਕਨੈਕਟ yourself ਐਂਡ ਦ ਚਾਈਲਡ ਟੂ ਲਾਈਫ ਇਟਸੈਲਫ। ਠੀਕ ਹੈ ਕਿ ਤੁਸੀਂ ਆਪਣੇ ਆਪ ਨੂੰ ਤੇ ਬੱਚੇ ਨੂੰ ਜਿਹਨੂੰ ਤੁਸੀਂ ਸਿਖਾ ਰਹੇ ਹੋ ਉਹਨੂੰ ਰੀਅਲ ਲਾਈਫ ਨਾਲ ਕਨੈਕਟ ਕਰਕੇ ਤੁਸੀਂ ਇੱਥੇ ਸਿਖਾਇਆ ਜਾਵੇ। ਠੀਕ ਹੈ ਬੱਚੇ ਨੂੰ, ਤਾਂ ਜੋ ਉਹਦਾ ਵਧੀਆ ਗਿਆਨ ਦਾ ਨਿਰਮਾਣ ਹੋ ਸਕੇ। ਸੋ ਜਿਹੜਾ ਇਹਨੂੰ ਇਦਾਂ ਕਿਉਂ ਕਿਹਾ ਗਿਆ ਬਿਕਾਜ਼ ਇੱਥੇ ਜੋ NCF ਦੀ ਆਪਾਂ ਗੱਲ ਕਰ ਰਹੇ ਹਾਂ ਇੱਕ ਕੰਸਟਰਕਟਿਵਿਜ਼ਟ ਅਪਰੋਚ ਤੇ ਬੇਸਡ ਆ। ਸੋ ਕੰਸਟਰਕਟਿਵਿਜ਼ਟ ਅਪਰੋਚ ਆ ਜਿਹੜੀ ਉਹ ਕੀ ਕਹਿੰਦੀ ਆ ਕਿ ਜੋ ਬੱਚਾ ਹੈ ਉਹ ਆਪਣੇ ਗਿਆਨ ਦਾ ਨਿਰਮਾਣ ਖੁਦ ਕਰ ਸਕਦਾ ਹੈ। ਠੀਕ ਹੈ, ਸੋ ਇੱਥੇ NCF 2005 ਦੇ ਅਕੋਰਡਿੰਗ ਟੀਚਰ ਨੂੰ ਇੱਕ ਫੈਸਿਲੀਟੇਟਰ ਕਿਹਾ ਗਿਆ, ਜਾਨੇ ਕਿ ਨਿਰਦੇਸ਼ਕ ਕਿਹਾ ਗਿਆ, ਜਦ ਕਿ ਬੱਚੇ ਨੂੰ ਇੱਥੇ ਸੈਂਟਰ 'ਚ ਰੱਖਿਆ ਗਿਆ ਹੈ। ਸੋ ਕੀ ਹੈ ਇੱਥੇ ਐਜ਼ ਏ ਟੀਚਰ ਸਾਰਿਆਂ ਦਾ ਕੀ ਰੋਲ ਬਣਦਾ ਹੈ ਕਿ जो बच्चे ਨੂੰ ਤੁਸੀਂ ਸਿਖਾ ਰਹੇ ਹੋ ਤੇ ਖੁਦ ਨੂੰ ਰੀਅਲ ਲਾਈਫ ਨਾਲ ਕਨੈਕਟ ਕਰਕੇ ਬੱਚੇ ਦੇ ਗਿਆਨ ਦਾ ਨਿਰਮਾਣ ਕੀਤਾ ਜਾਵੇ। ਹਾਂਜੀ, ਦੇਖਦੇ ਹਾਂ NCF 2005 ਕੀ ਹੈ, ਕੀ ਇਸ ਦਾ ਆਧਾਰ ਹੈ। ਓਕੇ, ਸੋ ਕੀ ਹੈ ਦ ਨੈਸ਼ਨਲ ਕਰਿਕੂਲਮ ਫਰੇਮਵਰਕ 2005 ਇਜ਼ 1 of 4th। ਠੀਕ ਹੈ, 1 of 4th ਹੈ, ਜਾਨੇ ਕਿ ਇਹ ਤੋਂ ਪਹਿਲਾਂ 3 ਸੀਗੇ ਜਿਹੜੇ NCF ਉਹ ਪਬਲਿਸ਼ ਹੋ ਚੁੱਕੇ ਸੀਗੇ, ਜਿਹੜੇ ਕਿਸ ਦੁਆਰਾ ਕੀਤੇ ਗਏ ਆ, ਸਾਰੇ NCERT ਦੁਆਰਾ ਕੀਤੇ ਗਏ ਹਨ ਇੰਡੀਆ ਦੇ ਵਿੱਚ। ਠੀਕ ਹੈ, NCF ਹੈ ਕੀ ਹੈ, ਇਸ ਦਾ ਕੀ ਰੀਜ਼ਨ ਹੈ, क्यों यह बनाया गया। एक अजिहा फ्रेमवर्क का जो NCF है अपना वो एक अजिहा फ्रेमवर्क है ਜਿਹੜਾ ਆਪਣੀ ਐਜੂਕੇਸ਼ਨ ਦੇ ਲਈ ਕੁਝ ਗਾਈਡਲਾਈਨਸ ਨਿਰਧਾਰਿਤ ਕਰਦਾ ਹੈ ਜਿਸ ਨਾਲ ਐਜੂਕੇਸ਼ਨ 'ਚ ਪਰਿਵਰਤਨ ਹੋ ਸਕੇ ਇਸ ਦੀ ਬਿਹਤਰੀ ਲਈ। ਠੀਕ ਹੈ, ਇਸ ਕਰਕੇ ਇਹਨੂੰ ਬਣਾਇਆ ਜਾਂਦਾ ਆ। ਸੋ ਨੈਕਸਟ ਕਿਆ ਕੀਤਾ ਜਾਂਦਾ ਹੈ, ਜੋ ਇਸ ਦੇ ਵਿੱਚ ਕਮੀਆਂ ਹੁੰਦੀਆਂ ਨੇ ਉਹਨਾਂ ਨੂੰ ਨੈਕਸਟ ਫਰੇਮਵਰਕ ਦੇ ਵਿੱਚ NCF ਦੇ ਵਿੱਚ ਉਹਨਾਂ ਨੂੰ ਸੁਧਾਰਿਆ ਜਾਂਦਾ ਆ। ਸੋ ਨੈਕਸਟ ਜੋ NCF 2005 ਆ ਉਹ ਕਿਸ ਦੇ ਬੇਸਡ ਆ, ਵਿਦਾਊਟ ਬਰਡਨ, ਲਰਨਿੰਗ ਵਿਦਾਊਟ ਬਰਡਨ। ਓਕੇ, ਕਿ ਬੱਚਿਆਂ ਤੇ ਬਿਲਕੁਲ ਇਹਨੂੰ ਬੋਝ ਨਾ ਬਣਾਇਆ ਜਾਵੇ, ਜੋ ਸਿੱਖਿਆ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਉਸ ਨੂੰ ਬੱਚਿਆਂ ਤੇ ਬੋਝ ਨਾ ਬਣਾਇਆ ਗਿਆ। ਸੋ ਲਰਨਿੰਗ ਵਿਦਾਊਟ ਬਰਡਨ ਹੋਣੀ ਚਾਹੀਦੀ ਆ। ਸੋ ਇਹਦੇ ਵਿੱਚ ਕੁਛ ਨੈਸ਼ਨਲ ਪੋਲਿਸੀ ਐਜੂਕੇਸ਼ਨ ਨੂੰ ਐਡ ਕੀਤਾ ਗਿਆ ਹੈ। ਠੀਕ ਹੈ, ਫੋਕਸ ਕਿਸ ਤੇ ਚੀਜ਼ ਤੇ ਕੀਤਾ ਗਿਆ, ਗਰੁੱਪ ਡਿਸਕਸ਼ਨ ਤੇ ਫੋਕਸ ਕੀਤਾ ਗਿਆ। ਸੋ ਕੀ ਹੈ ਨੈਕਸਟ ਦ ਅਪਰੋਚ ਐਂਡ ਰਿਕਮੈਂਡੇਸ਼ਨ ਆਫ NCF 2005 ਆਰ ਫॉर द एंटायर एजुकेशन सिस्टम। ਸੋ NCFC ਜੋ ਇਹਦੇ ਵਿੱਚ ਕੁਝ ਅਪਰੋਚਸ ਐਂਡ ਰਿਕਮੈਂਡੇਸ਼ਨ ਕੀਤੀਆਂ ਗਈਆਂ ਆ ਐਜੂਕੇਸ਼ਨ ਸਿਸਟਮ ਦੇ ਲਈ। ਸੋ ਇਹ ਦੇਖਦੇ ਹਾਂ ਨੈਕਸਟ ਪ੍ਰੋਫੈਸਰ ਜਸ਼ਪਾਲ। ਠੀਕ ਹੈ, ਇਹ ਪ੍ਰੋਫੈਸਰ ਜਸ਼ਪਾਲ ਨੇ, ਸੋ ਇਹ ਕੀ ਨੇ, ਇਹ ਹੈਡ ਸੀਗੇ ਇਸ ਦੇ। ਠੀਕ ਹੈ, ਸੋ ਇਹਨਾਂ ਨੇ ਇੱਕ ਕਮੇਟੀ ਬਣਾਈ ਜਿਸ ਦੇ ਹੈਡ ਰਹੇ ਨੇ। ਸੋ ਇਹਨਾਂ ਨੇ ਕੀ ਕੀਤਾ ਆ ਕਿ ਜੋ ਆਪਣਾ ਸੀਗਾ ਲਰਨਿੰਗ ਵਿਦਾਊਟ ਬਰਡਨ, ਉਹਨਾਂ ਦੇ ਵੀ ਇਹ ਹੈਡ ਰਹੇ ਨੇ। ਸੋ ਕਈ ਵਾਰੀ ਕੁਐਸਚਨ ਪੁੱਛ ਲਿਆ ਜਾਂਦਾ ਕਿ ਲਰਨਿੰਗ ਵਿਦਾਊਟ ਬਰਡਨ ਕਿਸ ਨੇ ਦਿੱਤੀ ਜਾਂ ਉਹਨਾਂ ਦੇ ਹੈਡ ਕੌਣ ਸੀ। ਤੋਂ ਇੱਥੇ ਇਹਨਾਂ ਦਾ ਨਾਮ ਆਉਂਦਾ ਪ੍ਰੋਫੈਸਰ ਜਸ਼ਪਾਲ। ਠੀਕ ਹੈ, ਸੋ ਇਹਨਾਂ ਦੇ ਦੇਹਾਂਤ ਹੋ ਗਿਆ ਸੀ 2017 ਦੇ ਵਿੱਚ। ਠੀਕ ਹੈ, ਇਹ ਇੱਕ ਐਜੂਕੇਟਰ ਐਂਡ ਸਾਇੰਟਿਸਟ ਵੀ ਰਹੇ ਨੇ। ਸੋ ਇਹ ਇੱਕ ਇੰਪੋਰਟੈਂਟ ਨਾਮ ਆ, ਸੋ ਇਹਨੂੰ ਯਾਦ ਰੱਖਣਾ, ਕਈ ਵਾਰੀ ਇਹਨਾਂ ਦੇ ਕੁਐਸਚਨ ਆ ਜਾਂਦਾ ਆ। ਹਾਂਜੀ, ਨੈਕਸਟ ਦੇਖਦੇ ਹਾਂ NCF 2005 ਹੈਜ਼ ਬੀਨ ਟ੍ਰਾਂਸਲੇਟਡ ਇਨਟੂ 22 ਲੈਂਗੁਏਜਿਸ ਦੇ ਵਿੱਚ। ਠੀਕ ਹੈ, ਜੋ NCF 2005 ਸੀ ਉਹਨੂੰ 22 ਭਾਸ਼ਾਵਾਂ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਐਂਡ ਹੈਜ਼ ਇਨਫਲੂਐਂਸਡ ਦ ਸਿਲੇਬਸ ਇਨ 17 ਸਟੇਟਸ। ਸੋ ਜਾਨੇ ਕੀ ਆ ਕਿ ਇਸ ਨੂੰ 17 ਸਟੇਟਸ ਦੇ ਸਿਲੇਬਸ ਨੂੰ ਇਸਨੇ ਪ੍ਰਭਾਵਿਤ ਕੀਤਾ। ਜੋ 17 ਸਟੇਟਸ ਸੀਗੇ ਉਹਨਾਂ ਦੇ ਜੋ ਸਿਲੇਬਸ ਸੀਗਾ NCF ਨੇ ਉਸਨੂੰ ਉਹਨਾਂ ਨੂੰ ਪ੍ਰਭਾਵਿਤ ਕੀਤਾ। ਨੈਕਸਟ ਕੀ ਹੈ, NCERT gave a grant of ₹10 lakh to each state। ਸੋ ਕੀ ਸੀ ਜੋ NCERT ਦੁਆਰਾ ਇਸ ਨੂੰ ਉਹ ਕਰਨ ਲਈ ਉਤਸ਼ਾਹਿਤ ਪ੍ਰਮੋਟ ਕਰਨ ਲਈ ਇਸ ਨੂੰ। ਠੀਕ ਹੈ, NCF 2005 ਨੂੰ ਪ੍ਰਮੋਟ ਕਰਨ ਦੇ ਲਈ ਹਰ ਸਟੇਟ ਨੂੰ 10 ਲੱਖ ਰੁਪਇਆ ਦਿੱਤਾ ਗਿਆ ਤਾਂ ਜੋ ਇਸ ਨੂੰ ਉਹ ਕੀਤਾ ਜਾਵੇ, ਪ੍ਰਮੋਟ ਕੀਤਾ ਜਾਵੇ। ਠੀਕ ਹੈ, ਕਿਸ ਨੂੰ ਇਸ ਦੇ ਵਿੱਚ ਕੰਪੇਅਰ ਕੀਤਾ ਗਿਆ, ਕਰੰਟ ਸਿਲੇਬਸ
विद द सिलेबस जो प्रपोज्ड, इस द्वारा प्रपोज किया गया 2005 द्वारा एनसीएफ द्वारा सिलेबस बनाया गया ਤੇ ਜੋ ਕਰੰਟ ਸਿਲੇਬਸ ਸੀਗਾ ਉਹਨਾਂ ਸਟੇਟਸ ਦਾ ਉਹਨਾਂ ਨੂੰ ਕੰਪੇਅਰ ਕਰਨ ਲਈ ਕਿਹਾ ਗਿਆ। ਇਸ ਦੇ ਲਈ ਉਹਨਾਂ ਨੂੰ 10 ਲੱਖ ਰੁਪਇਆ ਦਿੱਤਾ ਗਿਆ ਈਚ ਸਟੇਟ ਨੂੰ ਤਾਂ ਜੋ ਇਸ ਨੂੰ ਪ੍ਰਮੋਟ ਕੀਤਾ ਜਾ ਸਕੇ। ਨੈਕਸਟ ਹੈਗਾ ਦਿਸ ਐਕਸਰਸਾਈਜ਼ ਇਜ਼ ਬੀਇੰਗ ਕੈਰੀਡ ਆਊਟ ਵਿਦ ਦ ਇਨਵੋਲਵਮੈਂਟ ਆਫ ਸਟੇਟ ਕਾਉਂਸਲ ਫॉर ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਜਾਨੇ ਕਿ SCERT ਐਂਡ डिस्ट्रिक्ट इंस्टीट्यूट्स ऑफ एजुकेशन एंड ट्रेनिंग जाने कि डाइट्स, ठीक है, जिन्होंने च आप सर्टिफिकेट्स भी लैने हैं। सो इन्हों के लिए कुछ डाइट्स ओपन किए गए, कोई SCERT ओपन किए गए तां जो इसनों प्रमोट किया जा सके, ठीक है। सो ये की सी ਜਿਹੜੇ SCERT ਸੀ ਤੇ डाइट ਸੀਗੇ ਉਹਨਾਂ ਨੂੰ ਇਨਵੋਲਵਮੈਂਟ ਰਿਹਾ ਉਹਨਾਂ ਦਾ ਇਸ ਦੀ ਪ੍ਰਮੋਸ਼ਨ ਦੇ ਵਿੱਚ, ਠੀਕ ਹੈ। ਹਾਂਜੀ ਨੈਕਸਟ ਦੇਖਦੇ ਹਾਂ ਕੀ ਹੈ ਕਾਮਨ ਸੋਰਸਿਸ ਆਫ ਫਿਜ਼ੀਕਲ ਡਿਸਕੰਫਰਟ, ਜਾਣੇ ਕਿ ਬੱਚਿਆਂ ਨੂੰ ਕੀ ਪਰੇਸ਼ਾਨੀਆਂ ਫੇਸ ਕਰਨੀਆਂ ਪਈਆਂ ਤਾਂ ਜੋ NCF 2005 ਦੀ ਨੀਡ ਹੋਈ, ਜ਼ਰੂਰਤ ਪਈ ਬਣਾਉਣ ਦੀ, ਠੀਕ ਹੈ। ਫਸਟ ਕੀ ਲੌਂਗ ਵਾਕਸ ਟੂ ਸਕੂਲ, ਬੱਚੇ ਸੀ ਜਿਹੜੇ ਉਹਨਾਂ ਦੇ ਸਕੂਲ ਸੀਗੇ ਬਹੁਤ ਦੂਰੀ ਤੇ ਸੀ ਜਿਸ ਕਰਕੇ ਉਹਨਾਂ ਨੂੰ ਜਾਣ 'ਚ ਪਰੇਸ਼ਾਨੀ ਆਉਂਦੀ ਸੀ। ਭਾਰੀ ਸਕੂਲ ਬੈਗ ਸੀਗੇ ਜਾਣੇ ਕਿ ਹੈਵੀ ਸਕੂਲ ਬੈਗ ਸੀਗੇ, ਉਹਨਾਂ ਦੇ ਲੈਕ ਆਫ ਬੇਸਿਕ ਇਨਫਰਾਸਟਰਕਚਰ ਦੀ ਕਮੀ ਸੀ ਇਨਕਲੂਡਿੰਗ ਸਪੋਰਟ ਬੁੱਕਸ ਔਰ ਰੀਡਿੰਗ ਐਂਡ ਰਾਈਟਿੰਗ, ਜੋ ਉਹਨਾਂ ਦੀਆਂ ਬੁੱਕਸ ਸੀਗੀਆਂ ਉਹਨਾਂ ਨੂੰ ਰੀਅਲ ਲਾਈਫ ਨਾਲ ਕਨੈਕਟ ਨਹੀਂ ਸੀ ਕਰਦੀਆਂ। badly designed furniture that gives children inadequate back support and cramps their legs and knees। so ਕੀ ਸੀ ਜੋ ਫਰਨੀਚਰ ਸੀਗਾ ਉਹ ਵੀ ਵਧੀਆ ਨਹੀਂ ਸੀਗਾ, ਉਹਨਾਂ ਦਾ ਸਹੀ ਢੰਗ ਦਾ ਨਹੀਂ ਸੀ ਜਿਸ ਕਰਕੇ ਬੱਚਿਆਂ ਨੂੰ ਬੈਠਣ ਦੇ ਵਿੱਚ ਵੀ ਪਰੇਸ਼ਾਨੀ ਆਉਂਦੀ ਸੀ। ਹਾਂਜੀ ਨੈਕਸਟ ਕੀ ਸੀਗਾ ਇੱਥੇ ਟਾਈਮ ਟੇਬਲ that do not give young children enough breaks to stretch, move and play and that deprive older children of play sports time and encourage girls to opt out। ਸੋ ਕੀ ਸੀਗਾ ਕਿ ਬੱਚਿਆਂ ਨੂੰ ਕੋਈ ਬ੍ਰੇਕ ਨਹੀਂ ਸੀ ਦਿੱਤੀ ਜਾਂਦੀ, ਉਹਨਾਂ ਨੂੰ ਕੋਈ ਪਲੇਗਰਾਊਂਡ ਦੇ ਵਿੱਚ ਨਹੀਂ ਲਿਜਾਇਆ ਜਾਂਦਾ ਸੀ, ਠੀਕ ਹੈ, ਖੇਡਣ ਦੇ ਲਈ ਉਹਨਾਂ ਨੂੰ ਕੋਈ ਬ੍ਰੇਕ ਨਹੀਂ ਸੀ ਦਿੱਤੀ ਜਾਂਦੀ, ਇਸ ਕਰਕੇ ਉਹਨਾਂ ਨੂੰ ਖੇਡਾਂ ਵਗੈਰਾ ਤੋਂ ਵਾਂਝਾ ਰੱਖਿਆ ਜਾਂਦਾ ਸੀ ਜਿਸ ਕਰਕੇ ਕੁੜੀਆਂ ਨੂੰ ਵੀ ਕੋਈ ਪ੍ਰੋਤਸਾਹਿਤ ਨਹੀਂ ਕੀਤਾ ਜਾਂਦਾ ਸੀ ਕਿ ਉਹ ਅੱਗੇ ਆ ਕੇ ਖੇਡਾਂ ਵਿੱਚ ਹਿੱਸਾ ਲੈਣ ਜਾਂ ਅੱਗੇ ਆਉਣ, ਠੀਕ ਹੈ। ਨੈਕਸਟ ਕੀ ਆ ਕੋਈ ਗਰਲਸ ਦੇ ਲਈ ਟੋਇਲਟ ਐਂਡ ਸੈਨੀਟਰੀ ਦੀ ਕੋਈ ਉਹ ਨਹੀਂ ਸੀ ਹੈਗਾ, ਕੁਛ ਨਹੀਂ ਬਣਾਇਆ ਜਾਂਦਾ ਸੀ ਅਲੱਗ ਤੋਂ, ਠੀਕ ਹੈ। ਸਰੀਰਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਨੂੰ ਜਾਣੀ ਕਿ ਕਾਰਪੋਰਲ ਪਨਿਸ਼ਮੈਂਟਸ ਦਿੱਤੀਆਂ ਜਾਂਦੀਆਂ ਸੀ ਜਿਸ 'ਚ ਉਹਨਾਂ ਨੂੰ ਬੀਟ ਕਰਿਆ ਜਾਂਦਾ ਸੀ ਜਾਣੀ ਕਿ ਕੁੱਟਿਆ ਜਾਂਦਾ ਸੀ ਤੇ ਅਜੀਬ ਢੰਗ ਦੀਆਂ ਜੋ ਸਰੀਰਕ ਪਨਿਸ਼ਮੈਂਟ ਸੀਗੀਆਂ ਉਹ ਦਿੱਤੀਆਂ ਜਾਂਦੀਆਂ ਸੀ ਜਿੱਦਾਂ ਕਿ ਕਹਿ ਦਿੰਦੇ ਸੀ ਮੁਰਗਾ ਬਣ ਜਾਓ ਇਹ ਉਹ, ਓਕੇ, ਹੈਂਡਸ ਅਪ ਕਰਕੇ ਪਿੱਛੇ ਖੜੇ ਹੋ ਜਾਓ। ਸੋ ਇਹ ਸਾਰੀਆਂ ਪਨਿਸ਼ਮੈਂਟਸ ਦਿੱਤੀਆਂ ਜਾਂਦੀਆਂ ਸੀ। ਸੋ ਇਹਨਾਂ ਤੋਂ ਰਹਿਤ ਕਰਨ ਲਈ ਬੱਚਿਆਂ ਨੂੰ ਛੁਟਕਾਰਾ ਦਿਵਾਉਣ ਦੇ ਲਈ NCF 2005 ਨੂੰ ਬਣਾਇਆ ਗਿਆ ਤਾਂ ਜੋ ਬੱਚੇ ਜੋ ਐਜੂਕੇਸ਼ਨ ਆ ਉਹਨਾਂ ਦੇ ਬਿਹਤਰੀ ਦੇ ਲਈ ਬਣ ਸਕੇ, ਠੀਕ ਹੈ, ਨਾ ਕਿ ਉਹਨਾਂ ਦੇ ਇੱਕ ਬਰਡਨ ਬਣੇ। ਹਾਂਜੀ ਨੈਕਸਟ ਦੇਖਦੇ ਹਾਂ ਕੁਝ ਸਿਧਾਂਤ ਕੀ ਨੇ NCF ਦੇ, ਕੋਈ ਪਰਸਪੈਕਟਿਵਸ ਨੇ, ਦ੍ਰਿਸ਼ਟੀਕੋਣ ਕੀ ਹੈ ਇਸ ਦਾ, ਠੀਕ ਹੈ। ਇੰਪੋਰਟੈਂਟ ਹੈ, ਇਹਨਾਂ ਚੋਂ ਹਰ ਵਾਰ ਕੁਐਸਚਨ ਬਣਦਾ ਆ। ਸੋ 5 ਪਰਸਪੈਕਟਿਵ ਨੇ ਇਸ ਦੇ, ਚੰਗੀ ਤਰ੍ਹਾਂ ਇਸ ਨੂੰ ਦੇਖ ਲੈਣਾ ਆ। ਟੂ ਸ਼ਿਫਟ ਲਰਨਿੰਗ ਫਰੋਮ ਰੋਟ ਮੈਥਡ, ਠੀਕ ਹੈ, ਕਿ ਬੱਚਿਆਂ ਦੀ ਜੋ ਰੋਟ ਮੈਥਡ ਵਿਧੀ ਆ ਉਹਨੂੰ ਬਦਲਿਆ ਜਾਵੇ ਤਾਂ ਜੋ ਬੱਚੇ ਰੱਟਾ ਤੇ ਜ਼ਿਆਦਾ ਧਿਆਨ ਨਾ ਦੇਣ, ਠੀਕ ਹੈ, ਉਹ ਉਹਨੂੰ ਵਧੀਆ ਢੰਗ ਨਾਲ ਸਿੱਖਣ, ਪ੍ਰੈਕਟੀਕਲੀ ਸਿੱਖਣ ਦੀ ਕੋਸ਼ਿਸ਼ ਕਰਨ। ਤੇ ਬੱਚਿਆਂ ਨੂੰ ਅਗਰ ਰੀਅਲ ਲਾਈਫ ਨਾਲ ਐਜ਼ ਅ ਟੀਚਰ ਤੁਸੀਂ ਰੀਅਲ ਲਾਈਫ ਨਾਲ ਕਨੈਕਟ ਕਰਕੇ ਸਿਖਾਓਗੇ ਤਾਂ ਉਹ ਇਸ ਮੈਥਡ ਨੂੰ ਬਦਲ ਸਕਦੇ ਨੇ, ਠੀਕ ਹੈ। ਨੈਕਸਟ ਕੀ ਹੈ ਕਨੈਕਟਿੰਗ ਨੌਲੇਜ ਟੂ ਲਾਈਫ ਆਊਟਸਾਈਡ ਦਾ ਸਕੂਲ, ਜੋ ਬੱਚੇ ਨੇ ਉਹਨਾਂ ਨੂੰ ਆਊਟਸਾਈਡ ਲਾਈਫ ਸਕੂਲ ਨੂੰ ਛੱਡ ਕੇ ਬਾਹਰ ਦੇ ਜੀਵਨ ਨਾਲ ਜੋੜਿਆ ਜਾਵੇ, ਠੀਕ ਹੈ, ਉਹਦੇ ਰੀਅਲ ਲਾਈਫ ਸਿਚੁਏਸ਼ਨਸ ਕੀ ਨੇ ਉਹਨਾਂ ਨੂੰ ਜੋੜ ਕੇ ਪੜ੍ਹਾਇਆ ਜਾਵੇ ਤੇ ਸਿਖਾਇਆ ਜਾਵੇ। ਨੈਕਸਟ ਹੈਗਾ ਹੈ ਟੂ ਇੰਟੀਗ੍ਰੇਟ ਐਗਜ਼ਾਮੀਨੇਸ਼ਨ ਇਨਟੂ ਕਲਾਸ ਲਰਨਿੰਗ ਐਂਡ ਮੇਕ ਇਟ ਮੋਰ ਫਲੈਕਸੀਬਲ। ਸੋ ਬੱਚਿਆਂ ਨੂੰ ਇੰਟੀਗ੍ਰੇਟ ਕੀਤਾ ਜਾਵੇ, ਕਲਾਸਰੂਮਸ ਦੇ ਨਾਲ ਜੋੜਿਆ ਜਾਵੇ, ਜੋ ਉਹਨਾਂ ਦਾ ਐਗਜ਼ਾਮੀਨੇਸ਼ਨ ਹੈ ਉਹਨੂੰ ਉਹ ਹੋਰ ਫਲੈਕਸੀਬਲ ਬਣਾਇਆ ਜਾਵੇ। ਨੈਕਸਟ ਹੈਗਾ ਟੂ ਐਨਰਿਚ ਦ ਕਰਿਕੂਲਮ ਸੋ ਦੈਟ ਇਟ ਗੋਜ਼ ਬਿਯੋਂਡ ਟੈਕਸਟ ਬੁੱਕਸ, ਠੀਕ ਹੈ, ਉਹਨਾਂ ਨੂੰ ਐਨਰਿਚ ਕਰਿਕੂਲਮ ਦਿੱਤਾ ਜਾਵੇ, ਟੈਕਸਟ ਬੁੱਕਸ ਤੋਂ ਬਾਹਰ ਜਾ ਕੇ ਉਹਨਾਂ ਨੂੰ ਪੜ੍ਹਾਇਆ ਜਾਵੇ ਤੇ ਅਗਰ ਉਹ ਟੈਕਸਟ ਬੁੱਕਸ ਵੀ ਬਣਾਈਆਂ ਜਾਂਦੀਆਂ ਉਹਨਾਂ ਤੋਂ ਪੜ੍ਹਾਇਆ ਜਾਂਦਾ ਤੇ ਉਹਨਾਂ ਦੇ ਵਿੱਚ ਐਕਟੀਵਿਟੀਜ਼ ਹੋਣ ਤਾਂ ਜੋ ਬੱਚੇ ਇੰਟਰਸਟਿੰਗ ਵੇ ਨਾਲ ਉਹਨਾਂ ਨੂੰ ਪੜ੍ਹ ਸਕਣ, ਠੀਕ ਹੈ। ਲੈਂਗੁਏਜ ਆ ਉਹਦਾ ਆਸਾਨ ਲੈਂਗੁਏਜ ਦਾ ਯੂਜ਼ ਕੀਤਾ ਜਾਵੇ ਤਾਂ ਜੋ ਬੱਚੇ ਡਰਨ ਨਾ ਪੜ੍ਹਨ ਤੋਂ। ਨੈਕਸਟ ਕੀ ਹੈ ਨਰਚਰਿੰਗ ਐਂਡ ਓਵਰ ਰਾਈਡਿੰਗ ਆਈਡੈਂਟੀਟੀ ਇਨਫੋਰਮਡ ਬਾਈ ਕੇਅਰਿੰਗ ਕੰਸਰਨਸ ਵਿਦਿਨ ਦ ਡੈਮੋਕ੍ਰੈਟਿਕ ਪੋਲਾਈਟਲੀ ਇਨ ਦ ਆਫ ਦ ਕੰਟਰੀ। ਸੋ ਕੀ ਹੈ ਕਿ ਬੱਚੇ ਦੀ ਆਈਡੈਂਟੀਟੀ ਨੂੰ ਨਰਚਰ ਕੀਤਾ ਜਾਵੇ, ਠੀਕ ਹੈ, ਇਸ ਤਰ੍ਹਾਂ ਉਹਨੂੰ ਸਿਖਾਇਆ ਜਾਵੇ ਤਾਂ ਜੋ ਆਪਣੀ ਆਈਡੈਂਟੀਟੀ ਨੂੰ ਵਧੀਆ ਡਿਵੈਲਪ ਕਰ ਸਕਣ। ਹਾਂਜੀ ਸੋ ਬਹੁਤ ਸਾਰੇ ਲੋਕਾਂ ਨੇ ਇੱਥੇ ਆਪਣੇ ਵਿਚਾਰ ਪੇਸ਼ ਕਰੇ ਇਸ ਬਾਰੇ, ਠੀਕ ਹੈ, ਆਪਣੀ ਗੱਲ ਰੱਖੀ। ਸੋ ਕੀ ਹੈ ਇੱਥੇ ਆਪਾਂ ਦੇਖਦੇ ਹਾਂ JP ਨਾਇਕ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਡਿਸਕ੍ਰਾਈਬ ਕੀਤਾ ਇਸ ਨੂੰ ਐਕਸਕਲੂਸਿਵ ਟ੍ਰਾਇੰਗਲ ਦੇ ਵਿੱਚ ਇੰਡੀਅਨ ਐਜੂਕੇਸ਼ਨ ਨੂੰ। ਸੋ ਉਹਨਾਂ ਨੇ 3 ਚੀਜ਼ਾਂ ਦੀ ਗੱਲ ਕਰੀ ਹੈ ਇੱਥੇ, ਇਕੁਐਲਿਟੀ ਜਾਨੇ ਕਿ ਬਰਾਬਰਤਾ ਦੀ ਗੱਲ ਕਰੀਏ ਇੱਥੇ, ਠੀਕ ਹੈ, ਬਰਾਬਰ ਹੋਣਾ ਚਾਹੀਦਾ ਸਾਰਿਆਂ ਨੂੰ, ਐਜੂਕੇਸ਼ਨ ਦਾ ਅਧਿਕਾਰ ਆ ਜੋ ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ। ਨੈਕਸਟ ਉਹਨਾਂ ਨੇ ਕੁਆਲਿਟੀ ਦੀ ਗੱਲ ਕਰੀ ਹੈ ਇੱਥੇ, ਠੀਕ ਹੈ, ਕਿ ਕੁਆਲਿਟੀ ਵੀ ਸੇਮ ਹੋਣੀ ਚਾਹੀਦੀ ਹੈ। ਨੈਕਸਟ ਕੁਆਂਟਿਟੀ ਦੀ ਉਹਨਾਂ ਨੇ ਗੱਲ ਕੀਤੀ। ਸੋ ਇਹ 3 ਉਹਨਾਂ ਨੇ
ਚੀਜ਼ਾਂ ਦੀ ਇੱਥੇ ਗੱਲ ਕਰੀਏ ਜਿਨ੍ਹਾਂ ਨੂੰ ਉਹਨਾਂ ਨੇ ਟ੍ਰਾਇੰਗਲ ਦੇ ਰੂਪ ਵਿੱਚ ਨਿਰਧਾਰਿਤ ਕੀਤਾ ਇੰਡੀਅਨ ਐਜੂਕੇਸ਼ਨ ਨੂੰ। ਹਾਂਜੀ ਨੈਕਸਟ ਦੇਖਦੇ ਹਾਂ। ਨੈਕਸਟ ਕੀ ਹੈ ਲਰਨਿੰਗ ਐਂਡ ਨੌਲੇਜ। ਲਰਨਿੰਗ ਐਂਡ ਨੌਲੇਜ ਕੀ ਆ ਕਿ ਜੋ ਕਰਿਕੂਲਮ ਆ ਬੱਚਿਆਂ ਦਾ ਕਰਿਕੂਲਮ ਇਸ ਢੰਗ ਨਾਲ ਬਣਾਇਆ ਜਾਵੇ ਕਿ ਉਹਦਾ ਹੋਲਿਸਟਿਕ ਯਾਨੀ ਕਿ ਸੰਪੂਰਨ ਵਿਕਾਸ ਹੋ ਸਕੇ ਬੱਚੇ ਦਾ, ਠੀਕ ਹੈ, ਉਸਦਾ ਫਿਜ਼ੀਕਲ ਯਾਨੀ ਕਿ ਸਰੀਰਕ ਮਾਨਸਿਕ ਹਰ ਪੱਖੋਂ ਉਸਦਾ ਵਿਕਾਸ ਹੋ ਸਕੇ। ਸੋ ਇਹ ਵਿਕਾਸ ਆ ਉਹਦਾ ਪੀਅਰਸ ਨਾਲ ਯਾਨੀ ਕਿ ਉਹਦੇ ਜੋ ਪੀਅਰ ਨੇ ਉਹਨਾਂ ਨਾਲ ਇੰਟਰੈਕਸ਼ਨ ਕਰਕੇ, ਠੀਕ ਹੈ, ਸਮਾਜ ਨਾਲ ਇੰਟਰੈਕਸ਼ਨ ਕਰਕੇ ਉਸਦੇ ਵਿਕਾਸ ਦੇ ਵਿੱਚ ਵਾਧਾ ਹੋ ਸਕਦਾ ਆ। ਨੈਕਸਟ ਕੀ ਆ ਕੰਸਟਰਕਟਿਵਿਸਟ ਲਰਨਿੰਗ ਹੈਜ਼ ਟੂ ਬੀ ਅ ਪਾਰਟ ਆਫ ਅ ਕਰਿਕੂਲਮ, ਠੀਕ ਹੈ। ਨੈਕਸਟ ਕੀ ਹੈ ਕਿ ਜੋ ਕੰਸਟਰਕਟਿਵਿਸਟ ਲਰਨਿੰਗ ਹੈ ਜਾਣੇ ਕਿ ਉਸਾਰੂ ਸਿੱਖਿਆ ਨੂੰ ਪਾਠਕ੍ਰਮ ਦਾ ਹਿੱਸਾ ਹੋਣਾ ਜ਼ਰੂਰੀ ਆ, ਕਰਿਕੂਲਮ ਦਾ ਪਾਰਟ ਹੋਣਾ ਚਾਹੀਦਾ ਹੈ ਕੰਸਟਰਕਟਿਵਿਸਟ ਲਰਨਿੰਗ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ ਕਿ ਟੀਚਰ ਐਜ਼ ਅ ਟੀਚਰ ਤੁਸੀਂ ਬੱਚੇ ਨੂੰ ਕੋਈ ਐਕਟੀਵਿਟੀਜ਼ ਦਿੰਦੇ ਹੋ, ਸੋ ਕੀ ਕਰੇਗਾ ਐਕਟੀਵਿਟੀਜ਼ ਇਸ ਤਰ੍ਹਾਂ ਦੀਆਂ ਦਿਓ ਕਿ ਉਹ ਆਪਣੇ ਗਿਆਨ ਦਾ ਖੁਦ ਨਿਰਮਾਣ ਕਰ ਸਕੇ ਜਾਂ ਉਹ ਟੀਚਰ ਪੇਰੈਂਟਸ ਦੀ ਹੈਲਪ ਨਾਲ ਕੰਮ ਕਰਕੇ ਉਹ ਆਪਣੇ ਗਿਆਨ ਦੇ ਵਿੱਚ ਵਾਧਾ ਕਰ ਸਕਦਾ ਆ। ਨੈਕਸਟ ਕੀ ਹੈ ਜਾਣਕਾਰੀ ਨੂੰ ਗਿਆਨ ਵਜੋਂ ਨਾ ਸਮਝੋ ਯਾਨੀ ਕਿ ਡੋਂਟ ਮਿਸ ਅੰਡਰਸਟੈਂਡ ਇਨਫੋਰਮੇਸ਼ਨ ਐਜ਼ ਅ ਨੌਲੇਜ, ਠੀਕ ਹੈ। ਜੋ ਇਨਫੋਰਮੇਸ਼ਨ ਆ ਉਹਨੂੰ ਨੌਲੇਜ ਨਾ ਸਮਝਿਆ ਜਾਵੇ ਜਾਨੇ ਕਿ ਕੋਈ ਟੀਚਰ ਆ ਕੋਈ ਇਨਫੋਰਮੇਸ਼ਨ ਦਿੰਦਾ ਆ ਬੱਚੇ ਨੂੰ, ਠੀਕ ਹੈ, 4 ਲਾਈਨਾਂ ਦੱਸ ਦਿੰਦਾ ਤੇ ਉਹੀ ਬੱਚਾ ਉਹਨੂੰ ਆਨਸਰ ਦੇ ਵਿੱਚ ਦੱਸ ਦਿੰਦਾ ਆ, ਸੋ ਉਹ ਕੋਈ ਨੌਲੇਜ ਨਹੀਂ ਹੈਗੀ, ਠੀਕ ਹੈ। ਬੁੱਕਸ ਦੇ ਵਿੱਚ ਕੋਈ ਬੱਚਾ ਪੜ੍ਹਦਾ ਆ ਸੇਮ ਉਹ ਆਨਸਰ ਲਿਖ ਦਿੰਦਾ ਆ, ਸੋ ਉਹਨੂੰ ਆਪਾਂ ਨੌਲੇਜ ਨਹੀਂ ਕਹਿ ਸਕਦੇ। ਨੌਲੇਜ ਕੀ ਆ ਕਿ ਬੱਚਾ ਖੁਦ ਕੰਸਟਰਕਟ ਕਰ ਸਕਦਾ ਆ ਕਿ ਉਹਨੂੰ ਕਿਸ ਤਰ੍ਹਾਂ ਦਾ ਗਿਆਨ ਹੈ, ਠੀਕ ਹੈ। ਕੋਈ ਬੱਚੇ ਨੂੰ ਟੌਪਿਕ ਪੜ੍ਹਾਇਆ ਜਾਂਦਾ ਆ, ਸੋ ਉਹ ਕੀ ਆ ਜੋ ਉਹਦੇ ਮਾਈਂਡ 'ਚ ਹੋਏਗਾ ਉਹ ਖੁਦ ਕੰਸਟਰਕਟ ਕਰਕੇ ਆਨਸਰ ਲਿਖੇਗਾ ਉਹਨੂੰ, ਠੀਕ ਹੈ। ਉਹਨੂੰ ਆਪਾਂ ਕਹਾਂਗੇ ਕਿ ਬੱਚਾ ਇੱਕ ਕੰਸਟਰਕਟਿਵਿਸਟ ਲਰਨਰ ਹੈ। ਸੋ ਅਗਰ ਉਹ ਇਨਫੋਰਮੇਸ਼ਨ ਆ ਉਹਨੂੰ ਆਪਾਂ ਇੱਥੇ ਗਿਆਨ ਨਹੀਂ ਕਹਿ ਸਕਦੇ। ਹਾਂਜੀ ਨੈਕਸਟ ਕੁਝ ਸਬਜੈਕਟਸ ਨੇ, ਠੀਕ ਹੈ, ਇੱਥੇ ਕੁਝ ਸਬਜੈਕਟਸ ਨੇ ਜਿਨ੍ਹਾਂ ਦੀ ਗੱਲ ਕਰਦਾ NCF। ਸੋ ਇੱਥੇ ਕਿਹੜੇ ਸਬਜੈਕਟ ਨੇ ਲੈਂਗੁਏਜ, ਮੈਥਮੈਟਿਕਸ, ਕੰਪਿਊਟਰ ਸਾਇੰਸ, ਸੋਸ਼ਲ ਸਾਇੰਸ, ਆਰਟ ਐਜੂਕੇਸ਼ਨ, ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ, ਸਟੱਡੀ ਆਫ ਪੀਸ, ਵਰਕ ਐਂਡ ਐਜੂਕੇਸ਼ਨ। ਸੋ ਇਹ ਕੀ ਹੈ ਕਿ ਅਲੱਗ-ਅਲੱਗ ਲੈਵਲ ਤੇ ਅਲੱਗ-ਅਲੱਗ ਤਰ੍ਹਾਂ ਨਾਲ ਚੱਲਦੇ ਆ, ਠੀਕ ਹੈ। ਦੇਖਦੇ ਆ ਇਹਨਾਂ ਨੂੰ। ਹਾਂਜੀ ਕੀ ਹੈ ਨੈਕਸਟ ਜੋ ਪ੍ਰਾਇਮਰੀ ਲੈਵਲ ਤੇ ਜੋ ਬੱਚੇ ਆ ਉਹਦੀ ਮਾਤਰੀ ਭਾਸ਼ਾ ਨੂੰ ਆਧਾਰ ਮੰਨਿਆ ਗਿਆ ਹੈ ਇੱਥੇ, ਠੀਕ ਹੈ, ਜੋ ਉਹਨਾਂ ਦੀ ਮਦਰ ਟੰਗ ਹੈ। ਨੈਕਸਟ ਕੀ ਹੈ ਇੰਗਲਿਸ਼ ਹੈ ਜੋ ਉਹਨੂੰ ਲੈਂਗੁਏਜ ਅਕ੍ਰੋਸ ਕਰਿਕੂਲਮ ਦਾ ਦਰਜਾ ਦਿੱਤਾ ਗਿਆ ਹੈ ਜਾਨੀ ਕਿ ਉਹ ਵੀ ਫਸਟ ਕਲਾਸ ਤੋਂ ਹਰ ਕਲਾਸਿਸ ਦੇ ਵਿੱਚ ਪੜ੍ਹਾਈ ਜਾਏਗੀ, ਠੀਕ ਹੈ। ਸੋ ਨੈਕਸਟ ਗੱਲ ਕਰਦੇ ਹਾਂ ਲੈਂਗੁਏਜ ਦੇ ਵਿੱਚ ਕੀ ਆ ਟੂ ਇੰਪਲੀਮੈਂਟ 3 ਲੈਂਗੁਏਜ ਫਾਰਮੂਲਾ। ਇੱਥੇ 3 ਲੈਂਗੁਏਜ ਫਾਰਮੂਲਾ ਬਣਾਇਆ ਗਿਆ ਜਾਨੀ ਕਿ 3 ਭਾਸ਼ਾ ਫਾਰਮੂਲਾ ਲਾਗੂ ਕੀਤਾ ਗਿਆ ਹੈ, ਠੀਕ ਹੈ, ਜਿਹਨੂੰ ਆਪਾਂ ਸਮਝਾਂਗੇ। emphasis on mother tongue as medium of instruction ਜਾਨੇ ਕਿ ਮੀਡੀਅਮ ਮੰਨਿਆ ਗਿਆ, ਆਧਾਰ ਮੰਨਿਆ ਗਿਆ ਮਦਰ ਟੰਗ ਨੂੰ। ਇੱਥੇ ਕਰਿਕੂਲਮ ਸ਼ੁੱਡ ਕੰਟੇਨ ਮਲਟੀਲਿੰਗੁਅਲ, ਜੋ ਕਰਿਕੂਲਮ ਆ ਉਹ ਮਲਟੀਲਿੰਗੁਅਲ ਹੋਣਾ ਚਾਹੀਦਾ ਹੈ। ਪ੍ਰੋਫੀਸ਼ੀਐਂਸੀ ਓਨਲੀ ਇਫ ਮਦਰ ਟੰਗ ਇਜ਼ ਕੰਸੀਡਰਡ ਐਜ਼ ਸੈਕਿੰਡ ਲੈਂਗੁਏਜ, ਠੀਕ ਹੈ, ਜੋ ਮਦਰ ਟੰਗ ਹੈ ਉਹਨੂੰ ਸੈਕਿੰਡ ਲੈਂਗੁਏਜ ਕਿਹਾ ਗਿਆ। ਫੋਕਸ ਔਨ ਆਲ ਸਕਿੱਲਸ ਜਾਨੇ ਕਿ ਸਾਰੀਆਂ ਜੋ ਸਕਿੱਲਸ ਨੇ ਉਹਨਾਂ ਤੇ ਧਿਆਨ ਦਿੱਤਾ ਜਾਵੇ। ਸੋ ਕਿਹੜੀਆਂ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ ਸਾਰਿਆਂ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਹਾਂਜੀ ਨੈਕਸਟ ਕੀ ਹੈ 3 ਲੈਂਗੁਏਜ ਫਾਰਮੂਲਾ ਇੱਥੇ ਦੇਖ ਸਕਦੇ ਹੋ। ਓਕੇ ਮੀਡੀਅਮ ਆਫ ਕਮਿਊਨੀਕੇਸ਼ਨ ਸ਼ੁੱਡ ਬੀ ਹੋਮ ਲੈਂਗੁਏਜ, ਜੋ ਕਮਿਊਨੀਕੇਸ਼ਨ ਦਾ ਮੀਡੀਅਮ ਆ ਸੰਚਾਰ ਦਾ ਮਾਧਿਅਮ ਆ ਉੱਥੇ ਕੀ ਲੈਂਗੁਏਜ ਯੂਜ਼ ਕਰੀ ਜਾਣੀ ਚਾਹੀਦੀ ਹੈ ਹੋਮ ਲੈਂਗੁਏਜ ਯਾਨੀ ਕਿ ਘਰੇਲੂ ਭਾਸ਼ਾ ਦਾ ਯੂਜ਼ ਹੋਣਾ ਚਾਹੀਦਾ ਆ। ਸੋ ਜਿਹੜੀ ਇਹ 3 ਲੈਂਗੁਏਜ ਫਾਰਮੂਲਾ ਆ ਕਿਸਨੇ ਦਿੱਤਾ, ਕਿਸਨੇ ਇਸ ਦੀ ਵਕਾਲਤ ਕੀਤੀ? ਕੋਠਾਰੀ ਕਮਿਸ਼ਨ ਨੇ 1968 ਦੇ ਵਿੱਚ 1968 ਦੇ ਵਿੱਚ ਇਸ ਦੀ ਵਕਾਲਤ ਕੀਤੀ ਕੋਠਾਰੀ ਕਮਿਸ਼ਨ ਨੇ। ਓਕੇ ਸੋ ਫਸਟ ਲੈਂਗੁਏਜ ਕੀ ਹੈ? ਫਸਟ ਲੈਂਗੁਏਜ ਕੀ ਹੈ? ਟੂ ਬੀ ਸਟੱਡੀ ਮਸਟ ਟੂ ਬੀ ਮਦਰ ਟੰਗ, ਠੀਕ ਹੈ। ਫਸਟ ਲੈਂਗੁਏਜ ਕੀ ਹੋਏਗੀ? ਹਰ ਉਹਦੀ ਸਟੇਟ ਦੀ ਆਪਣੀ ਮਦਰ ਟੰਗ ਹੋਏਗੀ ਜੋ ਵੀ, ਜਾਂ ਰੀਜਨਲ ਲੈਂਗੁਏਜ ਜਿਹੜੀ ਉਹਦੀ ਖੇਤਰੀ ਭਾਸ਼ਾ ਹੋਏਗੀ, ਠੀਕ ਹੈ। ਸੈਕਿੰਡ ਲੈਂਗੁਏਜ ਕੀ ਹੋਏਗੀ? ਹਿੰਦੀ ਸਪੀਕਿੰਗ ਸਟੇਟਸ ਨੇ ਜਿਹੜੇ ਉਹਨਾਂ ਦੀ ਸੈਕਿੰਡ ਲੈਂਗੁਏਜ ਹੋਏਗੀ ਮਾਡਰਨ ਇੰਡੀਅਨ ਲੈਂਗੁਏਜ ਕੋਈ, ਜਾਂ ਫਿਰ ਇੰਗਲਿਸ਼ ਹੋਏਗੀ, ਠੀਕ ਹੈ। ਜੋ ਨॉन ਹਿੰਦੀ ਸਪੀਕਿੰਗ ਸਟੇਟਸ ਨੇ ਉਹਨਾਂ ਦੀ ਸੈਕਿੰਡ ਲੈਂਗੁਏਜ ਕੀ ਹੋਏਗੀ? ਹਿੰਦੀ ਜਾਂ ਇੰਗਲਿਸ਼। ਓਕੇ ਨੈਕਸਟ ਕੀ ਹੈ ਥਰਡ ਲੈਂਗੁਏਜ ਕੀ ਹੋਏਗੀ? ਹਿੰਦੀ ਸਪੀਕਿੰਗ ਸਟੇਟਸ ਦੇ ਵਿੱਚ ਕੀ ਹੋਏਗੀ? ਥਰਡ ਲੈਂਗੁਏਜ ਵਿਲ ਵੀ ਜਾਂ ਫਿਰ ਇੰਗਲਿਸ਼ ਹੋਏਗੀ ਜਾਂ ਫਿਰ ਮਾਡਰਨ ਇੰਡੀਅਨ ਲੈਂਗੁਏਜ, ਠੀਕ ਹੈ। ਜੋ ਨੈਕਸਟ ਕੀ ਹੈ ਨॉन ਹਿੰਦੀ ਸਟੇਟਸ ਨੇ ਥਰਡ ਲੈਂਗੁਏਜ ਕੀ ਹੋਏਗੀ ਉਹਨਾਂ ਦੀ? ਇੰਗਲਿਸ਼ ਜਾਂ ਫਿਰ ਮਾਡਰਨ ਇੰਡੀਅਨ ਲੈਂਗੁਏਜ, ਠੀਕ ਹੈ। ਸੋ ਕੀ ਹੈ ਨਾਟ ਸਟੱਡੀਡ ਐਜ਼ ਅ ਸੈਕਿੰਡ ਲੈਂਗੁਏਜ। ਸੋ ਕੀ ਹੈ ਆਪਾਂ ਕਹਿ ਸਕਦੇ ਹਾਂ ਇੱਥੇ ਕਿ 2 ਲੈਂਗੁਏਜ ਤਾਂ ਆਪਣੀਆਂ ਹੋਏਗੀਆਂ ਹਿੰਦੀ ਐਂਡ ਇੰਗਲਿਸ਼, ਠੀਕ ਹੈ। ਇੱਕ ਜਿਹੜੀ ਬਚੀ ਆਪਣੀ ਥਰਡ ਲੈਂਗੁਏਜ ਉਹ ਆਪਣੀ ਮਦਰ ਟੰਗ ਹੋ ਜਾਏਗੀ, ਠੀਕ ਹੈ। ਜਿੱਦਾਂ ਆਪਣੀ ਪੰਜਾਬ ਦੀ ਪੰਜਾਬੀ, ਤਾਮਿਲਨਾਡੂ ਦੀ ਤਾਮਿਲ ਹੋ ਗਈ, ਠੀਕ ਹੈ। ਉਹਨਾਂ ਦੀ ਆਪਣੀ ਜੋ ਮਦਰ ਟੰਗ ਹੋਏਗੀ ਉਹ ਹੋ ਜਾਏਗੀ ਆਪਣੀ ਥਰਡ ਲੈਂਗੁਏਜ। ਹਾਂਜੀ ਜੋ ਨੈਕਸਟ ਸਬਜੈਕਟਸ ਦੀ
जो नैक्सट सबजैक्ट्स की गल करिए NCF द्वारा वो भी आप थोड़ा देखते हैं, ठीक है। फर्स्ट क्या मैथमैटिक्स, ठीक है। मैथमैटिक्स यानी कि गणित, इस की टीचिंग ऑफ मैथमैटिक्स टू फोकस ऑन चाइल्ड रिसोर्सिस टू थिंक एंड रीजन, टू विजुअलाइज अबस्ट्रैक्शन एंड टू सॉल्व प्रॉब्लम। सो की है कि जो बच्चों को ਰੀਅਲ ਲਾਈਫ ਨਾਲ ਕਨੈਕਟ ਕਰਕੇ ਪੜਾਇਆ ਜਾਵੇ ਤਾਂ ਜੋ ਤਰਕ ਕਰ ਸਕਣ, ਤਰਕ ਲਗਾ ਸਕਣ, ਆਪਣਾ ਰੀਅਲ ਲਾਈਫ ਸਿਚੁਏਸ਼ਨਸ ਦੇ ਵਿੱਚ ਤਰਕ ਲਗਾ ਕੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਣ, ਠੀਕ ਹੈ। ਉਹਨਾਂ ਨੂੰ ਕੰਕਰੀਟ ਟੂ ਅਬਸਟਰੈਕਟ ਵੱਲ ਲਿਜਾਇਆ ਜਾਵੇ। ਇਹ ਨਹੀਂ ਕਿ ਉਹਨਾਂ ਨੂੰ ਸਿਰਫ ਬੁੱਕਸ ਦੇ ਵਿੱਚ ਪੜ੍ਹਾ ਰਹੇ ਹਾਂ ਆਪਾਂ, ਉਹ ਰੀਅਲ ਲਾਈਫ ਦੇ ਵਿੱਚ ਵੀ ਇਸ ਨੂੰ ਅਪਲਾਈ ਕਰ ਸਕਣ। ਇਸ ਢੰਗ ਨਾਲ ਉਹਨਾਂ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ। ਨੈਕਸਟ ਕੀ ਹੈ? ਹਾਂਜੀ ਨੈਕਸਟ ਹੈਗਾ ਸਾਇੰਸ, ਠੀਕ ਹੈ। ਸਾਇੰਸ ਕੀ ਹੈ? ਟੀਚਿੰਗ ਆਫ ਸਾਇੰਸ ਟੂ ਫੋਕਸ ਔਨ ਮੈਥਡਸ ਐਂਡ ਪ੍ਰੋਸੈਸ ਦੈਟ ਵਿਲ ਨਰਚਰ ਥਿੰਕਿੰਗ ਪ੍ਰੋਸੈਸ, ਕਰਿਓਸਿਟੀ ਐਂਡ ਕ੍ਰੀਏਟੀਵਿਟੀ। ਸੋ ਕੀ ਆ ਕਿ ਇਸ ਤਰ੍ਹਾਂ ਦੇ ਪ੍ਰੋਸੈਸ ਨੂੰ ਨਰਚਰ ਕੀਤਾ ਜਾਵੇ ਬੱਚਿਆਂ 'ਚ ਸਾਇੰਸ ਥਰੂ ਕਿ ਉਹ ਕੀ ਹੋਣ, ਐਕਸਪਲੋਰ ਕਰ ਸਕਣ ਆਪਣੇ ਆਪ ਨੂੰ, ਠੀਕ ਹੈ। ਐਕਸਪਲੋਰ ਕੀਤਾ ਜਾਵੇ ਬੱਚਿਆਂ ਨੂੰ, ਉਹਨਾਂ 'ਚ ਕਰਿਓਸਿਟੀ ਹੋਵੇ, ਕ੍ਰੀਏਟੀਵਿਟੀ ਕਰ ਸਕਣ ਬੱਚੇ, ਠੀਕ ਹੈ। ਇਸ ਤਰ੍ਹਾਂ ਉਹਨਾਂ ਦੇ ਥਿੰਕਿੰਗ ਨੂੰ ਨਰਚਰ ਕੀਤਾ ਜਾਣਾ ਚਾਹੀਦਾ ਆ। ਹਾਂਜੀ ਨੈਕਸਟ ਦੇਖਦੇ ਹਾਂ ਸੋਸ਼ਲ ਸਾਇੰਸਿਸ। ਸੋਸ਼ਲ ਸਾਇੰਸਿਸ 'ਚ ਕੀ ਇਨਕਲੂਡ ਹੁੰਦਾ ਦੇਖਦੇ ਹਾਂ। ਸੋਸ਼ਲ ਸਾਇੰਸਿਸ ਟੂ ਬੀ ਕੰਸੀਡਰ ਫਰੋਮ ਡਿਸਿਪਲਿਨਰੀ ਪਰਸਪੈਕਟਿਵ ਵਿਦ ਰੂਮਸ ਫॉर। ਸੋ ਕੀ ਇਨਕਲੂਡ ਹੈ ਇਹਦੇ ਵਿੱਚ ਦੇਖਦੇ ਹਾਂ। ਸੋ ਇਸ ਨਾਲ ਕੀ ਹੁੰਦਾ ਹੈ ਸਮਾਜਿਕ ਵਿਗਿਆਨ ਦੇ ਨਾਲ ਕਿ ਬੱਚੇ ਨੂੰ ਆਪਣੀ ਹਿਸਟਰੀ ਦਾ ਗਿਆਨ ਹੁੰਦਾ ਹੈ, ਠੀਕ ਹੈ। ਇੰਟੀਗ੍ਰੇਟਡ ਅਪਰੋਚ ਇਨ ਦਾ ਟ੍ਰੀਟਮੈਂਟ ਆਫ ਸਿਗਨੀਫਿਕੈਂਟ ਥੀਮਸ, ਠੀਕ ਹੈ। ਉਹ ਆਪਣੀ ਥੀਮਸ ਨੂੰ ਇੰਟੀਗ੍ਰੇਟ ਕਰ ਸਕਦਾ ਹੈ। ਇਸ ਨਾਲ ਅਨੇਬਲਿੰਗ ਪੈਡਾਗੋਜਿਕ ਪ੍ਰੈਕਟਿਸਿਸ ਫॉर ਪ੍ਰਮੋਟਿੰਗ ਥਿੰਕਿੰਗ ਪ੍ਰੋਸੈਸ, ਉਸਦਾ ਥੋਟ ਪ੍ਰੋਸੈਸ ਆ ਜਿਹੜਾ ਉਹ ਪ੍ਰਮੋਟ ਹੁੰਦਾ ਆ। ਡਿਸੀਜ਼ਨ ਮੇਕਿੰਗ ਜਾਣੇ ਕਿ ਉਹ ਫੈਸਲਾ ਲੈਣਾ ਹੁੰਦਾ ਉਹਨੂੰ ਸਮੇਂ ਤੇ, ਠੀਕ ਹੈ। ਐਂਡ ਕ੍ਰਿਟੀਕਲ ਰਿਫਲੈਕਸ਼ਨ ਹੁੰਦਾ ਆ ਉਹਦਾ, ਓਕੇ। ਇਹ ਸਾਰੀਆਂ ਚੀਜ਼ਾਂ ਦਾ ਬੱਚੇ ਦੇ ਵਿਕਾਸ 'ਚ ਵਾਧਾ ਹੁੰਦਾ ਆ। ਨੈਕਸਟ ਹੈਗਾ ਆਪਣਾ ਆਰਟ ਐਜੂਕੇਸ਼ਨ। ਇਸ ਦੇ ਵਿੱਚ ਕੀ ਹੈ? ਆਰਟ ਐਜੂਕੇਸ਼ਨ ਦੇ ਵਿੱਚ ਮਿਊਜ਼ਿਕ, ਡਾਂਸ, ਵਿਜ਼ੂਅਲ ਆਰਟ, ਥੀਏਟਰ, ਇਹਨਾਂ ਸਾਰੀਆਂ ਚੀਜ਼ਾਂ ਨਾਲ ਬੱਚਾ ਇੰਟਰੈਕਟ ਹੁੰਦਾ ਆ, ਠੀਕ ਹੈ। ਉਹਨੂੰ ਅਵੇਅਰਨੈਸ ਆਉਂਦੀ ਹੈ ਇਸ ਚੀਜ਼ਾਂ ਬਾਰੇ। ਸੋ ਇਸ ਦੇ ਨਾਲ ਕੀ ਹੁੰਦਾ, ਅਨੇਬਲ ਚਿਲਡਰਨ ਟੂ ਐਕਸਪ੍ਰੈਸ ਦੈਮਸੈਲਫ, ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਉਂਦਾ ਹੈ ਡਿਫਰੈਂਟ ਫਾਰਮਸ ਦੇ ਵਿੱਚ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਨਾਲ, ਠੀਕ ਹੈ। ਨੈਕਸਟ ਹੈਗਾ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ। ਇਹਦੇ ਵਿੱਚ ਕੀ ਹੈ ਕਿ ਹੈਲਥ ਆ ਜਿਹੜੀ ਉਹ ਕਿਤੇ ਆਪਣੀ ਡਿਪੈਂਡ ਹੈ ਨਿਊਟ੍ਰੀਸ਼ਨ ਐਂਡ ਫਿਜ਼ੀਕਲ ਐਕਟੀਵਿਟੀਜ਼ ਤੇ ਡਿਪੈਂਡ ਆ। ਸੋ ਬੱਚੇ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹਦੀ ਹੈਲਥ ਦੇ ਲਈ ਕਿਹੜਾ ਨਿਊਟ੍ਰੀਸ਼ਨ ਉਹਨੂੰ ਚਾਹੀਦਾ ਹੈ ਤੇ ਉਹਨੂੰ ਕਿਸ ਤਰ੍ਹਾਂ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ, ਠੀਕ ਹੈ। ਨੈਕਸਟ ਹੈਗਾ ਐਜੂਕੇਸ਼ਨ ਫॉर ਪੀਸ। ਸੋ ਇਹਦੇ ਵਿੱਚ ਕੀ ਹੈ ਕਿ ਬੱਚੇ ਨੂੰ ਆਪਣੇ ਨੈਤਿਕ ਮੁੱਲਾਂ ਦਾ ਪਤਾ ਹੋਣਾ ਚਾਹੀਦਾ ਆ, ਉਹਦੇ ਵਿੱਚ ਸਹਿਣਸ਼ੀਲਤਾ ਹੋਣੀ ਜ਼ਰੂਰੀ ਹੈ। ਨੈਕਸਟ ਹੈਗਾ ਵਰਕ ਐਜੂਕੇਸ਼ਨ। ਵਰਕ ਐਜੂਕੇਸ਼ਨ ਦੇ ਵਿੱਚ ਕੀ ਹੈ? ਨੈਸੈਸਰੀ ਸਕਿੱਲ ਸ਼ੁੱਡ ਬੀ ਪ੍ਰਮੋਟਡ ਐਜ਼ ਅ ਪਾਰਟ ਆਫ ਪੈਡਾਗੋਜੀ। ਸੋ ਇਹ 'ਚ ਕੀ ਹੈ ਕਿ ਜੋ ਬੱਚਾ ਹੈ ਉਹਨੂੰ ਨੈਸੈਸਰੀ ਸਕਿੱਲਸ ਕੀ ਨੇ ਉਹਦੇ, ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਬੱਚੇ ਨੂੰ, ਠੀਕ ਹੈ। ਇਸ ਬਾਰੇ ਉਸਨੂੰ ਨੌਲੇਜ ਹੋਣੀ ਜ਼ਰੂਰੀ ਆ। ਹਾਂਜੀ ਨੈਕਸਟ ਦੇਖਦੇ ਹਾਂ ਸਕੂਲ ਐਂਡ ਕਲਾਸਰੂਮ ਇਨਵਾਇਰਨਮੈਂਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਮਿਨੀਮਮ ਇਨਫਰਾਸਟ੍ਰਕਚਰ ਐਂਡ ਮਟੀਰੀਅਲ ਫੈਸਿਲਿਟੀਜ਼ ਐਂਡ ਸਪੋਰਟ ਫॉर ਪਲਾਨਿੰਗ ਅ ਫਲੈਕਸੀਬਲ ਡੇਲੀ ਸ਼ੈਡਿਊਲ। ਸੋ ਜਾਣੀ ਕਿ ਕੀ ਹੈ ਕਿ ਘੱਟੋ ਘੱਟ ਮਿਨੀਮਮ ਇਨਫਰਾਸਟ੍ਰਕਚਰ ਤੇ ਮਟੀਰੀਅਲ ਬੱਚੇ ਨੂੰ ਉਹਦੀ ਸੁਵਿਧਾ ਦੇ ਅਨੁਸਾਰ ਦਿੱਤਾ ਜਾਣਾ ਚਾਹੀਦਾ ਹੈ, ਓਕੇ। ਸੋ ਕੀ ਹੈ ਇੱਕ ਫਲੈਕਸੀਬਲ ਸ਼ਡਿਊਲ ਬਣਾਇਆ ਜਾਣਾ ਚਾਹੀਦਾ। ਇਹ ਨਾ ਹੋਵੇ ਕਿ ਬੱਚੇ ਨੂੰ ਖੇਡਣ ਲਈ ਟਾਈਮ ਨਾ ਦਿੱਤਾ ਜਾਵੇ, ਉਸਨੂੰ ਖਾਣਾ ਖਾਣ ਲਈ ਟਾਈਮ ਨਾ ਦਿੱਤਾ ਜਾਵੇ। ਸੋ ਇੱਕ ਫਲੈਕਸੀਬਲ ਹੋਣਾ ਚਾਹੀਦਾ, ਠੀਕ ਹੈ। ਨੈਕਸਟ ਹੈਗਾ ਆ ਫੋਕਸ ਔਨ ਨਰਚਰਿੰਗ ਐਂਡ ਅਨੇਬਲਿੰਗ ਇਨਵਾਇਰਨਮੈਂਟ। ਸੋ ਇੱਕ ਯੋਗ ਵਾਤਾਵਰਨ ਦਿੱਤਾ ਜਾਣਾ ਚਾਹੀਦਾ ਜਿੱਥੇ ਬੱਚਾ ਆਰਾਮ ਨਾਲ ਬਹਿ ਕੇ ਪੜ੍ਹ ਸਕੇ, ਓਕੇ। ਨੈਕਸਟ ਹੈਗਾ ਆ ਟ੍ਰੈਡੀਸ਼ਨਲ ਨੋਸ਼ਨਸ ਆਫ ਡਿਸਿਪਲਿਨ ਸ਼ੁੱਡ ਬੀ ਚੇਂਜਡ। ਜੋ ਆਪਣੇ ਰਵਾਇਤੀ ਧਾਰਨਾਵਾਂ ਨੇ ਉਹਨਾਂ ਨੂੰ ਬਦਲਿਆ ਜਾਣਾ ਚਾਹੀਦਾ। ਜਿੱਦਾਂ ਪਹਿਲਾਂ ਬੱਚਿਆਂ ਨੂੰ ਪਨਿਸ਼ਮੈਂਟ ਦਿੱਤੀ ਜਾਂਦੀ ਸੀ ਅਨੁਸ਼ਾਸਨ ਬਣਾਉਣ ਲਈ, ਸੋ ਇਹਨਾਂ ਸਾਰਿਆਂ ਨੂੰ ਚੇਂਜ ਕੀਤਾ ਜਾਣਾ ਚਾਹੀਦਾ ਆ। ਨੈਕਸਟ ਹੈਗਾ ਡਿਸਕਸ ਨੀਡਸ ਫॉर ਪ੍ਰੋਵਾਈਡਿੰਗ ਸਪੇਸ ਆ ਪੇਰੈਂਟਸ ਐਂਡ ਕਮਿਊਨਿਟੀ। ਸੋ ਇਹਦੇ ਵਿੱਚ ਜੋ ਐਜੂਕੇਸ਼ਨ ਆ ਇਹਦੇ ਵਿੱਚ ਪੇਰੈਂਟਸ ਐਂਡ ਕਮਿਊਨਿਟੀ ਨੂੰ ਐਡ ਕੀਤਾ ਜਾਣਾ ਚਾਹੀਦਾ ਆ, ਠੀਕ ਹੈ। ਉਹਨਾਂ ਦਾ ਵੀ ਇੱਥੇ ਮੇਨ ਰੋਲ ਹੁੰਦਾ ਆ, ਉਹਨਾਂ ਨੂੰ ਇਨਕਲੂਡ ਕੀਤਾ ਜਾਣਾ ਚਾਹੀਦਾ ਹੈ। ਜਿੱਦਾਂ ਕਿਸੇ ਦੇ ਪੇਰੈਂਟਸ ਕੀ ਫਾਰਮਰ ਹੋ ਸਕਦੇ ਨੇ, ਕੋਈ ਕਿਸੇ ਦੀ ਸ਼ਾਪਕੀਪਰ ਹੋ ਸਕਦੇ ਨੇ। ਸੋ ਉਹਨਾਂ ਦਾ ਉਹ ਕਰਕੇ ਬੱਚਿਆਂ ਨੂੰ ਸਿਖਾਇਆ ਜਾ ਸਕਦਾ ਹੈ, ਠੀਕ ਹੈ। ਇਸ ਤਰ੍ਹਾਂ ਉਹਨਾਂ ਨੂੰ ਵੀ ਇਸ ਦੇ ਵਿੱਚ ਐਡ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਹੈਗਾ ਡਿਸਕਸ ਅਦਰ ਲਰਨਿੰਗ ਸਾਈਟਸ ਐਂਡ ਰਿਸੋਰਸਿਸ ਲਾਈਕ ਟੈਕਸਟ ਐਂਡ ਬੁੱਕਸ। ਸੋ ਲਾਇਬ੍ਰੇਰੀਜ਼, ਲੈਬੋਰਟਰੀਜ਼ ਐਂਡ ਮੀਡੀਆ ਐਂਡ ICT। ਸੋ ਕੀ ਆ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਸਕਦੀਆਂ ਬੱਚਿਆਂ ਨੂੰ, ਜਿੱਦਾਂ ਸਕੂਲਸ ਦੇ ਵਿੱਚ ਲਾਇਬ੍ਰੇਰੀ, ਪ੍ਰਯੋਗਸ਼ਾਲਾਵਾਂ, ਮੀਡੀਆ, ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਹਨਾਂ ਤੋਂ ਵੀ ਬੱਚੇ ਬਿਹਤਰ ਸਿੱਖ ਸਕਦੇ ਨੇ। ਪਰਫਾਰਮੈਂਸ ਇਜ਼ ਨਾਟ ਐਵਰੀਥਿੰਗ। ਇੱਥੇ ਕੀ ਹੈ ਕਿ ਜੋ ਪਰਫਾਰਮੈਂਸ ਦਾ ਪ੍ਰਦਰਸ਼ਨ ਕੀਤਾ ਗਿਆ ਬੱਚੇ ਦੁਆਰਾ ਉਹ ਸਾਰਾ ਕੁਝ ਨਹੀਂ ਮੰਨਿਆ ਜਾ ਸਕਦਾ ਇੱਥੇ, ਠੀਕ ਹੈ। ਜਿੱਦਾਂ ਕੀ ਹੈ ਕਿ ਬੱਚਾ 99% ਲੈ ਆਇਆ, ਇਹ ਨਹੀਂ ਜ਼ਰੂਰੀ ਹੈਗਾ ਕਿ ਉਹਨੂੰ ਸਾਰੀ ਨੌਲੇਜ ਆ। ਹਰ ਬੱਚੇ ਦਾ ਆਪਣਾ ਇੱਕ ਪਰਸਪੈਕਟਿਵ ਹੁੰਦਾ ਆ, ਹਰ ਇੱਕ ਦਾ ਇੱਕ ਇੰਟਰਸਟ ਹੁੰਦਾ ਆ। ਸੋ ਕਿਸੇ ਵੀ ਵਿੱਚ ਜਾਂ ਕਿਸੇ ਵੀ ਉਹਦੇ ਵਿੱਚ ਹੋ ਸਕਦਾ, ਠੀਕ ਹੈ। ਸੋ ਇਹਦੇ ਤੇ ਆਪਾਂ ਨਿਰਧਾਰਿਤ ਨਹੀਂ ਕਰ ਸਕਦੇ ਕਿ ਇਹੀ ਬੱਚਾ ਬਿਹਤਰ ਆ ਜਿਹੜਾ ਕਿ ਮਾਰਕਸ ਜ਼ਿਆਦਾ ਲੈ ਕੇ ਆਉਂਦਾ ਆ।
ਨੈਕਸਟ ਦੇਖਦੇ ਹਾਂ ਨਿਊ ਥਰਸਟ ਇਨ ਐਲੀਮੈਂਟਰੀ ਐਜੂਕੇਸ਼ਨ ਐਮਫੈਸਿਸ। ਸੋ ਇੱਥੇ ਕੁਝ ਐਲੀਮੈਂਟਰੀ ਐਜੂਕੇਸ਼ਨ ਥਰਸਟ ਨੇ, ਉਹ ਦੇਖਾਂਗੇ ਕੀ ਹੈ। ਯੂਨੀਵਰਸਲ ਅਸੈਸ ਹੈ ਇਹ ਐਂਡ ਐਨਰੋਲਮੈਂਟ, ਯਾਨੀ ਕਿ ਇੱਥੇ ਬੱਚੇ ਨੂੰ ਮਨਾਹੀ ਨਹੀਂ ਕੀਤੀ ਜਾ ਸਕਦੀ, ਉਹਨੂੰ ਐਡਮਿਸ਼ਨ ਦੇਣ ਦੇ ਰੂਪ ਵਿੱਚ ਆਪਾਂ ਕਿਸੇ ਤਰ੍ਹਾਂ ਵੀ ਮਨਾ ਨਹੀਂ ਕਰ ਸਕਦੇ, ਠੀਕ ਹੈ। ਸੋ ਨੈਕਸਟ ਕੀ ਹੈ, ਯੂਨੀਵਰਸਲ ਰਿਟੈਂਸ਼ਨ ਆਫ ਚਿਲਡਰਨ ਅਪ ਟੂ 14 ਈਅਰਸ ਤੱਕ ਉਹਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਨੈਕਸਟ ਕੀ ਹੈ, ਸਬਸਟੈਂਸ਼ੀਅਲ ਇੰਪਰੂਵਮੈਂਟ in the quality of education enable all children to achieve essential level of learning। so ਕੀ ਆ ਉਹਨੂੰ ਇਸ ਤਰ੍ਹਾਂ ਕੁਆਲਿਟੀ ਹੈ ਜੋ ਐਜੂਕੇਸ਼ਨ ਦੀ ਇਸ ਤਰ੍ਹਾਂ ਵਧੀਆ ਦਿੱਤੀ ਜਾਵੇ ਕਿ ਜਿੱਥੇ ਤੱਕ ਉਹ ਜੋ essential ਲੈਵਲ ਉਹ ਅਚੀਵ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਲਰਨਿੰਗ ਥਰੂ, ਠੀਕ ਹੈ। ਹਾਂਜੀ ਕੁਝ ਇੰਪੋਰਟੈਂਟ ਸੋ ਨੈਕਸਟ ਕੀ ਹੈ, ਕੁਝ ਇੰਪੋਰਟੈਂਟ ਪੁਆਇੰਟਸ ਨੇ ਇੱਥੇ ਜਿਨ੍ਹਾਂ ਨੂੰ ਆਪਾਂ ਜਲਦੀ ਰਿਵਾਈਜ਼ ਕਰ ਲੈਂਦੇ ਹਾਂ। ਸੋ ਕੀ ਹੈ, ਫਸਟ ਗਾਈਡਲਾਈਨਸ ਕੀ ਨੇ ਮੇਨ NCF ਦੀਆਂ, ਠੀਕ ਹੈ। 2004 ਦੇ ਵਿੱਚ ਇੱਕ ਕਮੇਟੀ ਬਣਾਈ ਗਈ, ਓਕੇ, ਜਿਹਨੂੰ ਕੀ ਨਾਮ ਦਿੱਤਾ ਗਿਆ ਨੈਸ਼ਨਲ ਸਟੀਅਰਿੰਗ ਕਮੇਟੀ, ਜਿਨ੍ਹਾਂ ਦੇ ਹੈੱਡ ਸੀਗੇ ਪ੍ਰੋਫੈਸਰ ਜਸ਼ਪਾਲ ਸਿੰਘ। ਇਸ ਤੋਂ ਬਾਅਦ ਹੀ 2005 ਜੋ NCF ਸੀਗਾ ਉਹ ਆਇਆ ਆਪਣਾ, ਠੀਕ ਹੈ। ਨੈਕਸਟ ਕੀ ਹੈ, 21 ਨੈਸ਼ਨਲ ਫੋਕਸ ਗਰੁੱਪਸ ਸੀਗੇ, ਕੁਝ ਗਰੁੱਪਸ ਬਣਾਏ ਗਏ, ਠੀਕ ਹੈ, ਜਿਨ੍ਹਾਂ ਨੇ ਅਲੱਗ-ਅਲੱਗ ਥੀਮਸ ਨੂੰ ਲੈ ਕੇ ਆਪਣੀ ਪੇਸ਼ਕਸ਼ ਰੱਖੀ, ਠੀਕ ਹੈ, ਜਿਸ ਵਿੱਚ ਕੀ ਸੀ ਕਰਿਕੂਲਮ ਏਰੀਆ, ਸਿਸਟਮੈਟਿਕ ਰਿਫਾਰਮਸ, ਨੈਸ਼ਨਲ ਕੰਸਰਨਸ ਦੀ ਗੱਲ ਕੀਤੀ ਗਈ। ਹਾਂਜੀ ਕੁਝ ਹੋਰ ਇੰਪੋਰਟੈਂਟ ਪੁਆਇੰਟਸ ਨੇ ਉਹ ਦੇਖਦੇ ਹਾਂ। ਫੋਕਸ ਔਨ ਕੰਸਟਰਕਟਿਵ ਥਾਟਸ ਆਫ ਦ ਚਾਈਲਡ ਰਾਦਰ ਦੈਨ ਇੰਸਟਰਕਟਿਵ। ਸੋ ਬੱਚਿਆਂ ਦੇ ਜੋ ਇੰਸਟਰਕਟਿਵ ਥਾਟ ਦੀ ਬਜਾਏ ਉਹਨਾਂ ਤੇ ਕੰਸਟਰਕਟਿਵ ਥਾਟਸ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਤਾਂ ਜੋ ਬੱਚੇ ਆਪਣੇ ਗਿਆਨ ਦਾ ਖੁਦ ਨਿਰਮਾਣ ਕਰ ਸਕਣ, ਠੀਕ ਹੈ। ਡਿਸਕਰੇਜਮੈਂਟ ਆਫ ਰੋਟ ਲਰਨਿੰਗ, ਜੋ ਰੋਟ ਲਰਨਿੰਗ ਆ ਉਹਦਾ ਡਿਸਕਰੇਜਮੈਂਟ ਕੀਤਾ ਜਾਣਾ, ਉਹਨੂੰ ਹਟਾਇਆ ਜਾਣਾ ਚਾਹੀਦਾ ਹੈ। ਇਟ ਵਰਕਸ ਔਨ ਦ ਪਾਲਿਸੀ ਆਫ ਜਸ਼ਪਾਲ ਕਮੇਟੀ, ਜੋ ਇਹ ਪਾਲਿਸੀ ਆ ਜਸ਼ਪਾਲ ਕਮੇਟੀ ਦੀ ਸੀਗੀ ਉਹ ਕੀ ਸੀ, ਲਰਨਿੰਗ ਵਿਦਾਊਟ ਬਰਡਨ ਹੋਣਾ ਚਾਹੀਦਾ ਹੈ, ਠੀਕ ਹੈ, ਕਿ ਬੱਚਿਆਂ ਤੇ ਕੋਈ ਬੋਝ ਨਹੀਂ ਹੋਣਾ ਚਾਹੀਦਾ। ਕੰਟੈਂਟ ਸ਼ੁੱਡ ਬੀ ਲਿੰਕਡ ਲਾਈਫ ਟੂ ਲਾਈਫ ਆਊਟਸਾਈਡ ਦਾ ਚਾਈਲਡ, ਠੀਕ ਹੈ, ਬੱਚਾ ਆ ਜੋ ਉਹਨੂੰ ਆਊਟਸਾਈਡ ਲਾਈਫ ਨਾਲ ਜੋੜਿਆ ਜਾਣਾ ਚਾਹੀਦਾ, ਠੀਕ ਹੈ। ਨੈਕਸਟ ਕੀ ਹੈ, ਪ੍ਰਾਇਮਰੀ ਰੋਲ ਆਫ ਅ ਟੀਚਰ ਇਜ਼ ਦੈਟ ਐਜ਼ ਫੈਸਿਲੀਟੇਟਰ, ਜੋ ਟੀਚਰ ਆ ਉਹਨੂੰ ਇੱਕ ਫੈਸਿਲੀਟੇਟਰ ਵਜੋਂ ਮੰਨਿਆ ਗਿਆ ਇੱਥੇ। ਹਾਂਜੀ ਕੁਝ ਹੋਰ ਇੰਪੋਰਟੈਂਟ ਪੁਆਇੰਟਸ ਨੇ ਜਿਨ੍ਹਾਂ ਨੂੰ ਵੀ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਨੈਕਸਟ ਕੀ ਹੈ, ਟੂ ਇੰਟੀਗ੍ਰੇਟ ਐਗਜ਼ਾਮੀਨੇਸ਼ਨ ਵਿਦ ਕਲਾਸਰੂਮ ਲਰਨਿੰਗ ਐਂਡ ਟੂ ਮੇਕ ਐਗਜ਼ਾਮੀਨੇਸ਼ਨਸ ਫਲੈਕਸੀਬਲ। ਸੋ ਐਗਜ਼ਾਮੀਨੇਸ਼ਨ ਜਿਹਨਾਂ ਫਲੈਕਸੀਬਲ ਹੋਣੇ ਚਾਹੀਦੇ ਨੇ, ਨਾ ਕਿ ਰੀਜ਼ਡ, ਓਕੇ, ਸਖਤ ਨਹੀਂ ਹੋਣੇ ਚਾਹੀਦੇ, ਉਹ ਲਚਕਦਾਰ ਹੋਣੇ ਚਾਹੀਦੇ ਨੇ। ਕਰਿਕੂਲਮ ਬੱਚਿਆਂ ਦੇ ਅਕੋਰਡਿੰਗ ਬਣਾਇਆ ਜਾਣਾ ਚਾਹੀਦਾ। ਨੈਕਸਟ ਕੀ ਹੈ, ਡਿਵੈਲਪਮੈਂਟ ਆਫ SCERT ਐਂਡ ਡਾਇਟਸ ਦਾ ਡਿਵੈਲਪਮੈਂਟ, ਯਾਨੀ ਕਿ ਵਿਕਾਸ ਹੋਣਾ ਚਾਹੀਦਾ ਆ, ਠੀਕ ਹੈ। ਇਸ ਵਿੱਚ ਕੀ ਹੈ, ਜਿੱਦਾਂ ਕਿ ਇਸ ਨੂੰ ਪ੍ਰਮੋਟ ਕਰਨ ਲਈ ਇਹਨਾਂ ਦਾ ਵਿਕਾਸ ਕੀਤਾ ਗਿਆ, ਡਿਵੈਲਪ ਕੀਤਾ ਗਿਆ। ਨੈਕਸਟ ਕੀ ਹੈ, ਅਧਿਆਪਕ ਦੀ ਪੂਰਵ ਸੇਵਾ ਸਿਖਲਾਈ, ਯਾਨੀ ਕਿ ਫ੍ਰੀ ਸਰਵਿਸ ਟ੍ਰੇਨਿੰਗ ਆਫ ਟੀਚਰਸ ਨੂੰ ਸਮੇਂ-ਸਮੇਂ ਤੇ ਸੈਮੀਨਾਰ ਦੇ ਕੇ ਉਹਨਾਂ ਦੀ ਸਿਖਲਾਈ ਕੀਤੀ ਜਾਣੀ ਚਾਹੀਦੀ ਹੈ। ਟੀਚਰਸ ਟ੍ਰੇਨਿੰਗ ਆਫ ਫॉर ਸਪੈਸ਼ਲ ਨੀਡਸ, ਜੋ ਬੱਚੇ ਹੁੰਦੇ ਆ ਉਹਨਾਂ ਦੇ ਲਈ ਅਲੱਗ ਤੋਂ ਟੀਚਰਸ ਨੂੰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਵੀ ਦੇਖਣ, ਉਹਨਾਂ ਤੇ ਵੀ ਧਿਆਨ ਦੇਣ, ਠੀਕ ਹੈ। ਨੈਕਸਟ ਕੀ NCF 2005 ਹੈਜ਼ ਬੀਨ translated into 22 languages ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਇਹਨਾਂ ਨੂੰ 8th ਸ਼ਡਿਊਲ ਆਫ ਕਨਸਟੀਟਿਊਸ਼ਨਸ ਦੇ ਵਿੱਚ ਜਿਹਨੂੰ ਐਡ ਕੀਤਾ ਗਿਆ, ਠੀਕ ਹੈ। ਦਾ NCERT gave a grant, ਜਿਨ੍ਹਾਂ ਦੇ ਲਈ 10 ਲੱਖ ਗ੍ਰਾਂਟ ਦਿੱਤੀ ਗਈ ਹਰ ਸਟੇਟ ਨੂੰ ਇਸ ਨੂੰ NCF ਨੂੰ ਪ੍ਰਮੋਟ ਕਰਨ ਦੇ ਲਈ। ਨੈਕਸਟ ਕੀ ਹੈ, ਦਾ NCF 2000 ਡਾਕੂਮੈਂਟ ਡਰਾ ਐਨ ਅ ਪਾਲਿਸੀ from earlier government reports on education for as learning without burden। ਸੋ ਇਹਨੂੰ ਆਧਾਰ ਮੰਨਿਆ ਗਿਆ NCF 2005 ਦਾ ਲਰਨਿੰਗ ਵਿਦਾਊਟ ਬਰਡਨ, ਠੀਕ ਹੈ। ਸੋ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਆ। ਅਗਰ ਟੌਪਿਕ ਚੰਗਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕਸ ਫॉर ਵਾਚਿੰਗ, ਬਾਏ ਬਾਏ।